और 18वीं पौड़ी 12वीं। ਪਾਤਸ਼ਾਹ ਹੈ ਅਬ ਚਲ ਰਾਜ ਵੱਡੀ ਵਡਿਆਈ ਕੇਵਡ ਤਖਤ ਵਖਾਣੀਐ ਕੇਵਡ ਮਹਿਲ ਕੇਵਡ ਦਰਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਹੈ ਅਬ ਚਲ ਰਾਜ ਵੱਡੀ ਵਡਿਆਈ। ਭਾਈ ਗੁਰਦਾਸ ਜੀ 12ਵੀਂ ਪੌੜੀ ਦੇ ਵਿੱਚ ਹੁਕਮ ਦੀ ਗੱਲ ਕਰਦੇ ਆ। ਹੁਕਮ ਇੱਕ ਰਾਜੇ ਦਾ ਹੁੰਦਾ ਹੈ ਤੇ ਭਾਈ ਗੁਰਦਾਸ ਜੀ ਹੁਣ ਪਰਮਾਤਮਾ ਨੂੰ ਇੱਕ ਰਾਜਾ ਰੂਪ ਕਰਕੇ ਦਰਸਾਉਂਦੇ ਹਨ। ਕਹਿੰਦੇ ਦੁਨੀਆ ਦੇ ਵੀ ਰਾਜੇ ਹਨ, ਕਿਉਂਕਿ ਜਦੋਂ ਰਾਜਾ ਸ਼ਬਦ ਵਰਤਿਆ ਜਾਂਦਾ ਹੈ ਆਪਣੇ ਮਨ ਦੇ ਵਿੱਚ ਦੁਨਿਆਵੀ ਰਾਜੇ ਆਉਂਦੇ ਨੇ। ਪਰਮਾਤਮਾ ਵੀ ਇੱਕ ਰਾਜਾ ਹੈ ਜੋ ਰਾਜਿਆਂ ਸਿਰ ਰਾਜਾ ਹੈ, ਜੋ ਸਭ ਤੋਂ ਵੱਡਾ ਰਾਜਾ ਹੈ ਤੇ ਉਹ ਰਾਜੇ ਦਾ ਫਿਰ ਹੁਕਮ ਵੀ ਚੱਲਣਾ ਚਾਹੀਦਾ ਹੈ। ਹੁਣ ਇੱਕ ਰਾਜਾ ਜੋ ਇੱਕ ਮੁਲਕ ਇੱਕ ਕੰਟਰੀ ਦਾ ਹੁੰਦਾ ਹੈ, ਉਸ ਦਾ ਰਾਜ ਕੇਵਲ ਉਸ ਦੀ ਕੰਟਰੀ ਤੇ ਹੀ ਹੁੰਦਾ ਹੈ। ਉਸ ਦੇ ਰਾਜ ਭਾਗ ਦੇ ਵਿੱਚ ਜਾਂ ਉਸ ਦੀ ਟੈਰੀਟਰੀ ਦੇ ਵਿੱਚ ਉਸ ਦਾ ਹੁਕਮ ਜਾਂ ਉਸ ਦਾ ਕਮਾਂਡ ਚੱਲਦਾ ਹੈ। ਪਰ ਪਰਮਾਤਮਾ ਐਸਾ ਰਾਜਾ ਹੈ ਜਿਸ ਦਾ ਹੁਕਮ ਹਰ ਇੱਕ ਜੀਵ ਤੇ ਚੱਲਦਾ ਹੈ, ਹਰ ਇੱਕ ਜੀਵ ਤੇ ਲਾਗੂ ਹੈ, ਉਹ ਸਬਜੈਕਟਡ ਹੁੰਦਾ ਹੈ। ਹਰ ਇੱਕ ਜੀਵ ਨੂੰ ਉਸਦੇ ਹੁਕਮ ਵਿੱਚ ਹੀ ਚੱਲਣਾ ਪੈਂਦਾ ਹੈ ਤੇ ਜੀਵ ਹੀ ਨਹੀਂ ਸਾਰੀ ਕੁਦਰਤ ਨੂੰ ਵੀ ਉਸਦੇ ਹੁਕਮ ਵਿੱਚ ਚੱਲਣਾ ਪੈਂਦਾ ਹੈ। ਇਸ ਕਰਕੇ ਭਾਈ ਗੁਰਦਾਸ ਜੀ ਨੇ ਇੱਥੇ ਆਪਾਂ ਨੂੰ ਪਰਮਾਤਮਾ ਦਾ ਇੱਕ ਰਾਜਾ ਰੂਪ ਦਿਖਾਉਂਦਿਆਂ ਹੋਇਆਂ ਇਹ ਜਿਹੜਾ ਹਨ ਪੌੜੀ ਵਿੱਚ ਆਪਾਂ ਨੂੰ ਸਮਝਾਉਂਦੇ ਹਨ ਦ ਅਥਾਰਟੀ ਜਿਹੜੀ ਹੈ ਦ ਪਾਵਰ ਆਫ ਪਰਮਾਤਮਾ ਐਸ ਅ ਰੂਲਰ। ਵੀ ਪਰਮਾਤਮਾ ਦਾ ਕੀ ਪਾਵਰ ਹੈ, ਪਰਮਾਤਮਾ ਦਾ ਪਾਵਰ ਕਿੰਨਾ ਕੁ ਤਕੜਾ ਹੈ, ਉਹ ਆਪਾਂ ਨੂੰ ਦੱਸਦੇ ਹਨ। ਪਾਤਸ਼ਾਹ ਹੈ। ਦੇਖੋ ਪਰਮਾਤਮਾ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ, ਵੱਡੇ ਵੱਡੇ ਸ਼ਹਿਨਸ਼ਾਹ ਰਾਜਿਆਂ ਦਾ ਵੀ ਰਾਜਾ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਕਿਉਂਕਿ ਪਰਮਾਤਮਾ ਹੀ ਦੂਜੇ ਪਾਤਸ਼ਾਹ ਨੂੰ ਬਣਾਉਂਦਾ ਹੈ। ਦੁਨੀਆ ਵਿੱਚ ਹਜ਼ਾਰਾਂ ਜਿਹੜਾ ਹਨ ਰਾਜੇ ਹੋਣਗੇ, ਪਾਤਸ਼ਾਹ ਹੋਣਗੇ, ਪਰ ਸਾਰਿਆਂ ਦੇ ਉੱਤੇ ਪਰਮਾਤਮਾ ਆਪ ਹੈ ਪਾਤਸ਼ਾਹ ਰੂਪ ਹੋ ਕੇ। ਅਬ ਚੱਲ ਰਾਜ ਵੱਡੀ ਵਡਿਆਈ। ਉਸ ਦਾ ਜਿਹੜਾ ਹੈ ਅਬ ਚੱਲ ਉਹ ਅਬਨਾਸੀ ਹੈ। ਦੇਖੋ ਰਾਜਾ ਜੰਮਦਾ ਹੈ, ਉਹ ਉਮਰ ਕਰਕੇ ਮਰਦਾ ਵੀ ਹੈ, ਫਿਰ ਉਹਦੇ ਥਾਂ ਤੇ ਇੱਕ ਦੂਜਾ ਰਾਜਾ ਆ ਕੇ ਬਹਿੰਦਾ ਹੈ। ਹੁਣ ਉਸ ਦਾ ਇੱਕ ਟਾਈਮ ਲਿਮਿਟ ਹੈ, ਸੋ ਉਹ ਰਾਜਾ ਸਿਰਫ ਆਪਣੀ ਉਮਰ ਦੇ ਵਿੱਚ ਹੀ ਰਾਜ ਬਣਦਾ ਤੇ ਉਹ ਵੀ ਰਾਜ ਅਭਿਸ਼ੇਕ ਉਹ ਡਿਪੈਂਡੈਂਟ ਕਰਦਾ ਹੈ ਦੂਜਿਆਂ ਤੇ ਜਿਹੜੇ ਕਿ ਉਹਨੂੰ ਸਪੋਰਟ ਕਰਕੇ ਰਾਜਾ ਬਣਾਉਂਦੇ ਨੇ। ਪਰ ਇੱਥੇ ਜਿਹੜੀ ਗੱਲ ਆਈ ਹੈ ਕਿ ਪਰਮਾਤਮਾ ਅਬਚਲ ਹੈ। ਅਬਚਲ ਮੀਨਸ ਉਹਨਾਂ ਦਾ ਜਿਹੜਾ ਹੈ ਅਬਨਾਸੀ ਹੈ, ਉਹ ਰਾਜਾ ਹੋ ਕੇ ਪਰਮਾਤਮਾ ਰਾਜਾ ਹੀ ਰਹਿੰਦਾ ਹੈ ਤੇ ਫਿਰ ਹਮੇਸ਼ਾ ਵਾਸਤੇ ਹੀ ਹੈ। ਦੂਸਰਾ ਰਾਜ ਵੱਡੀ ਵਡਿਆਈ, ਉਹਦੀ ਵਡਿਆਈ ਵੱਡਿਆਂ ਤੋਂ ਵੀ ਵੱਡੀ ਹੈ, ਵੱਡੇ ਤੋਂ ਵੱਡੇ ਰਾਜੇ ਤੋਂ ਵੀ ਵੱਡੀ ਵਡਿਆਈ ਪਰਮਾਤਮਾ ਦੀ ਹੈ, ਕਿਉਂਕਿ ਰਾਜੇ ਵੀ ਉਹ ਪਰਮਾਤਮਾ ਅੱਗੇ ਭੀਖ ਮੰਗਦੇ ਹਨ ਕਿ ਸਾਰਾ ਰਾਜ ਬਣਿਆ ਰਵੇ। ਜਿਵੇਂ ਅਕਬਰ ਬਾਦਸ਼ਾਹ ਸੀ ਤੇ ਉਸ ਇੱਕ ਦਿਨ ਮੁਲਾਣੇ ਹਾਜੀ ਕਾਜ਼ੀਆਂ ਨੇ ਮਿਲ ਕੇ ਮੀਟਿੰਗ ਕੀਤੀ, ਕਹਿੰਦੇ ਕਿਉਂ ਨਾ ਆਪਾਂ ਜਾ ਕੇ ਅਕਬਰ ਦੇ ਅੱਗੇ ਆਪਾਂ ਮੰਗੀਏ ਤੇ ਸਾਡਾ ਮਦਰਾਸਾ ਜਾਂ ਸਾਡੇ ਜਿਹੜੇ ਸਕੂਲ ਸਨ ਵੱਡੇ ਬਣਾ ਦੇਵੇ, ਸਾਨੂੰ ਕੁਝ ਮਾਇਆ ਦੇ ਦੇਵੇ ਤੇ ਆਪਾਂ ਉਹਦੇ ਕੋਲ ਜਾ ਕੇ ਮੰਗੀਏ। ਜਦੋਂ ਇਹ ਟੋਲੀ ਬਣ ਕੇ ਗਏ ਤਾਂ ਅਕਬਰ ਉਸ ਵੇਲੇ ਨਮਾਜ਼ ਪੜ੍ਹ ਰਿਹਾ ਸੀਗਾ, ਨਮਾਜ਼ ਪੜ੍ਹ ਕੇ ਦੁਆ ਕਰ ਰਿਹਾ ਸੀਗਾ, ਹੇ ਅੱਲਾ, ਹੇ ਖੁਦਾ, ਤੂੰ ਮੇਰੇ ਵਾਸਤੇ ਇਹ ਕਰ, ਇਹ ਦੇ, ਮੈਨੂੰ ਇਹ ਵੀ ਦੇ ਦੇ, ਮੈਨੂੰ ਉਹ ਦੇ ਦੇ। ਤਾਂ ਉਸ ਵੇਲੇ ਉਹ ਕਾਜ਼ੀਆਂ ਦੇ ਵਿੱਚੋਂ ਇੱਕ ਸਿਆਣਾ ਸੀਗਾ, ਉਹ ਉਸੇ ਵੇਲੇ ਪਿੱਠ ਕਰਕੇ ਤੁਰ ਪਿਆ ਤੇ ਦੂਸਰੇ ਕਹਿਣ ਲੱਗੇ ਵੀ ਹਜੇ ਤਾਂ ਮੰਗਿਆ ਵੀ ਨਹੀਂ, ਆਪਾਂ ਜਿਹੜਾ ਗੱਲ ਕਰਕੇ ਤਾਂ ਚੱਲੀਏ, ਦੂਰੋਂ ਆਏ ਹਾਂ। ਕਹਿੰਦਾ ਇੱਕ ਮੰਗਤੇ ਤੋਂ ਕੀ ਮੰਗਣਾ, ਇਹ ਤਾਂ ਆਪ ਮੰਗਤਾ ਹੈ, ਜਿਹੜੇ ਖੁਦਾ ਅੱਲਾ ਤੋਂ ਇਹ ਮੰਗ ਰਿਹਾ ਉਹਦੇ ਤੋਂ ਆਪਾਂ ਮੰਗ ਲਈਏ ਸਿੱਧਾ, ਇਹਦੇ ਰਾਹੀਂ ਕਿਉਂ ਲੈਣਾ ਹੈ। ਸੋ ਦੇਖੋ ਐਸੀ ਗੱਲ ਹੈ, ਕਹਿੰਦੇ ਇਸ ਕਰਕੇ ਪਰਮਾਤਮਾ ਵੱਡੀ ਤੋਂ ਵੱਡੀ ਉਸਦੀ ਵਡਿਆਈ ਹੈ, ਉਹ ਵੱਡੇ ਤੋਂ ਵੱਡਾ ਹੈ। ਕੇਵਡ ਤਖਤ ਵਖਾਣੀਐ, ਉਹਦਾ ਤਖਤ ਕਿੱਡਾ ਕੁ ਵੱਡਾ, ਉਹਦਾ ਥਰੋਨ ਜਿਹੜਾ ਹੈ ਕਿੱਡਾ ਕੁ ਵੱਡਾ ਦਸੀਏ। ਕੇਵਡ ਮਹਿਲ ਕੇਵਡ ਦਰਗਾਹੀ, ਉਸਦੇ ਮਹਿਲ, ਉਸਦੇ ਪੈਲਸ, ਉਸਦੇ ਜਿਹੜੇ ਹਨ ਮੈਂਸ਼ਨਸ, ਜਿਹੜੇ ਫੋਰਟਸ ਹਨ, ਕਿੰਨੇ ਕੁ ਵੱਡੇ ਦਸੀਏ ਵੀ ਕਿੱਡੇ ਕੁ ਵੱਡੇ ਨੇ, ਜਿਹਦੇ ਵਿੱਚ ਉਹ ਸਾਰੀ ਹੀ ਸੰਸਾਰ ਨੂੰ ਸੰਭਾਲੀ ਬੈਠਾ ਤੇ ਹਰ ਸਮੇਂ ਵਿੱਚ ਸੰਭਾਲੀ ਬੈਠਾ ਤੇ ਸਾਰੇ ਸਮੇਂ ਵਿੱਚ ਉਹ ਸੰਭਾਲੀ ਬੈਠਾ। ਉਹ ਕੈਸੇ ਮਹਿਲ ਹੋਣਗੇ ਤੇ ਉਸਦੇ ਦਰਗਾਹੀ, ਉਸਦੇ ਜਿਹੜੇ ਹਨ ਦੀਵਾਨ ਵਿੱਚ ਬੈਠਣ ਵਾਲੇ, ਉਸਦੇ ਜਿਹੜੇ ਮਿਨਿਸਟਰਸ ਹਨ, ਉਹਨਾਂ ਦੇ ਬਾਰੇ ਵੀ ਕੀ ਦਸੀਏ ਕਿ ਉਹ ਕਿੰਨੇ ਕੁ ਹੋਣਗੇ। ਕੇਵਡ ਸਿਫਤ ਸਲਾਹੀਐ, ਸੋ ਦੇਖੋ
ਪਰਮਾਤਮਾ ਜਿਹੜਾ ਹੈ ਕਹਿੰਦਾ ਕੇਵੜ ਕਿੰਨੀ ਕੁ ਉਹਦੀ ਸਿਫਤੀ, ਕਿੰਨੀ ਕੁ ਉਹਦੀ ਵਡਿਆਈ, ਕਿੰਨੀ ਕੁ ਉਹਦੀ ਪ੍ਰੇਸ ਕਹਿ ਕੇ ਅਸੀਂ ਸਲਾਹੀਏ ਉਸ ਨੂੰ। ਕੇਵੜ ਮਾਲ ਮੁਲਕ ਅਵਗਾਹੀ, ਕੇਵੜ ਮਾਲ, ਉਹਦਾ ਮਾਲ ਕਿੰਨਾ ਕੁ, ਉਹਦੀ ਟ੍ਰੈਸ਼ਰੀ ਜਿਹੜੀ ਹੈ ਕਿੰਨੀ ਕੁ ਵੱਡੀ ਹੈ, ਉਹਦੇ ਟ੍ਰੈਸ਼ਰ ਦੇ ਵਿੱਚ ਕਿੰਨਾ ਕੁ ਟ੍ਰੈਸ਼ਰ ਪਿਆ ਹੈ, ਕੌਣ ਜਾਣ ਸਕਦਾ ਹੈ, ਜਿਹੜਾ ਦੁਨੀਆ ਦੇ ਆਦ ਤੋਂ ਲੈ ਕੇ ਹੁਣ ਤੱਕ ਸਾਰਿਆਂ ਨੂੰ ਦੇਈ ਜਾਂਦਾ ਹੈ, ਜਿਹਦੇ ਭੰਡਾਰੇ ਮੁੱਕਦੇ ਹੀ ਕੋਈ ਨਹੀਂ ਹੈਗੇ, ਜਿਹਦੇ ਭੰਡਾਰੇ ਭਰੇ ਹੀ ਰਹਿੰਦੇ ਨੇ, ਸਾਰੇ ਜੀਵਾਂ ਨੂੰ ਦੇ ਕੇ ਵੀ ਉਹਦੇ ਵਿੱਚ ਘਾਟਾ ਨਹੀਂ ਪੈਂਦਾ। ਤੇ ਕਹਿੰਦੇ ਮੁਲਕ ਅਵਗਾਹੀ, ਉਸ ਦਾ ਮੁਲਕ ਜਿਹੜਾ ਹੈ, ਉਹ ਮੁਲਕ ਦੇ ਜਿਹੜੇ ਹਨ ਤੇ ਉਹਦਾ ਜਿਹੜਾ ਜੇ ਵਿਚਾਰੀਏ ਉਹ ਮੁਲਕ, ਉਸਦੀ ਟੈਰੀਟਰੀ ਕਿੰਨੀ ਕੁ ਵੱਡੀ ਹੈ, ਉਹਦੇ ਮੁਲਕ ਦੀਆਂ ਹੱਦਾਂ ਕਿੱਥੋਂ ਤੱਕ ਹਨ, ਕਹਿੰਦੇ ਉਹ ਵੀ ਬੇਅੰਤ ਹੀ ਹਨ। ਸਿਰਫ ਇਹ ਦੁਨੀਆ ਨਹੀਂ ਜਿਹੜੀ ਆਪਾਂ ਦੇਖ ਰਹੇ ਹਾਂ, ਇਹ ਦੁਨੀਆ ਤੋਂ ਇਲਾਵਾ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਕਿੰਨੀਆਂ ਹੋਰ ਦੁਨੀਆ ਹੈ ਜਿੱਥੇ ਪਰਮਾਤਮਾ ਪਾਲ ਰਿਹਾ ਹੈ, ਕਿੰਨੇ ਹੀ ਬ੍ਰਹਮੰਡਾਂ ਨੂੰ ਪਾਲ ਰਿਹਾ ਹੈ, ਉਹ ਸਾਰੀਆਂ ਉਹਦੀ ਟੈਰੀਟਰੀ ਹੈ। ਕੇਵੜ ਮਾਨ ਮਹਤ ਹੈ, ਕਿੱਡਾ ਕੁ ਵੱਡਾ ਉਸਦਾ ਮਾਣ ਹੈ, ਕਿੱਡੀ ਕੁ ਵੱਡੀ ਉਸਦੀ ਜਿਹੜਾ ਹਨ ਮਹੱਤ ਮਹਾਨਤਾ ਹੈ ਪਰਮਾਤਮਾ ਦੀ। ਕੇਵੜ ਲਸ਼ਕਰ ਸੇਵ ਸਿਪਾਹੀ, ਤੇ ਉਸ ਨੂੰ ਆਪਣਾ ਰਾਜ ਕਾਇਮ ਰੱਖਣ ਵਾਸਤੇ ਉਹਦੇ ਜਿਹੜੇ ਲਸ਼ਕਰ ਆਮੀ ਹੈ, ਸੋ ਉਹ ਆਮੀ ਵੀ ਉਹਦੀ ਕਿੱਡੀ ਕੁ ਹੋਵੇਗੀ, ਜਿਹੜਾ ਸਾਰਿਆਂ ਨੂੰ ਸੰਭਾਲ ਕੇ ਬੈਠਾ ਹੈ ਤੇ ਆਪਣਾ ਹੁਕਮ ਵਿੱਚ ਚਲਾਉਂਦਾ ਹੈ, ਆਪਣੇ ਹੁਕਮ ਵਿੱਚ ਰੱਖਦਾ ਹੈ, ਸਾਰਿਆਂ ਤੇ ਆਪਣਾ ਲਾਅ ਇਨਫੋਰਸ ਕਰਦਾ ਹੈ। ਕਹਿੰਦੇ ਕਿ ਉਹ ਲਸ਼ਕਰ ਤੇ ਸੇਵਾ ਕਰਨ ਵਾਲੇ ਤੇ ਸਿਪਾਹੀ ਜਿਹੜੇ ਹਨ, ਸੋਲਜਰਸ, ਕਿੰਨੇ ਕੁ ਹੋਣਗੇ ਪਰਮਾਤਮਾ ਦੇ। ਹੁਕਮੇ ਅੰਦਰ ਸਭ ਕੋ, ਗੱਲ ਕੀ ਹੈ, ਕਹਿੰਦੇ ਦੇਖੋ ਸਾਰੇ ਹੀ ਜੀਵ, ਸਾਰੇ ਹੀ ਬ੍ਰਹਮੰਡਾਂ ਦੇ ਵਿੱਚ, ਸਾਰੇ ਹੀ ਉਸਦੇ ਹੁਕਮ ਦੇ ਵਿੱਚ ਹਨ। ਜੋ ਉਹਦਾ ਹੁਕਮ ਹੈ ਉਹੀ ਹੁੰਦਾ ਹੈ, ਉਸਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਉਹਦੇ ਹੁਕਮ ਵਿੱਚ ਹੀ ਸਭ ਕੁਝ ਹੈ, ਉਸਦੇ ਹੁਕਮ ਤੋਂ ਬਾਹਰ ਤਾਂ ਕੁਝ ਵੀ ਨਹੀਂ ਹੈ। ਤੇ ਇਸ ਕਰਕੇ ਕੇਵੜ ਹੁਕਮ ਨਾ ਬੇਪਰਵਾਹੀ, ਤੇ ਉਹਦਾ ਹੁਕਮ ਕਿੱਡਾ ਕੁ ਵੱਡਾ ਹੈ, ਕਿੱਡਾ ਕੁ ਵੱਡਾ ਹੈ ਕਿ ਜਿਹੜਾ ਹਨ ਇੰਨਾ ਪ੍ਰੀਸਾਈਜ਼ ਹੈ। ਕਹਿੰਦੇ ਨਾ ਬੇਪਰਵਾਹੀ, ਉਹਦੇ ਚ ਬੇਪਰਵਾਹੀ ਨਹੀਂ ਹੁੰਦੀ। ਜਿਹਦੇ ਉੱਤੇ ਹੁਕਮ ਹੈ, ਜਿਸ ਨੂੰ ਦੇਣਾ ਹੈ ਉਸ ਨੂੰ ਦੇਣਾ, ਜਿੱਥੋਂ ਲੈਣਾ ਉਸ ਨੂੰ ਲੈਣਾ ਹੈ, ਇਹਦੇ ਵਿੱਚ ਕੋਈ ਲਾਪਰਵਾਹੀ, ਕੋਈ ਕੈਲਸਨੈਸ ਨਹੀਂ ਹੈਗਾ। ਇਹ ਪ੍ਰੀਸਾਈਜ਼ਲੀ ਉਸਦਾ ਹੁਕਮ ਹਰ ਇੱਕ ਜੀਵ ਤੇ ਲਾਗੂ ਹੈ। ਸੋ ਉਹ ਜੀਵ ਤੇ ਹੁਕਮ ਵੀ ਉਹੀ ਲਾਗੂ ਹੈ ਜਿਹਦਾ ਕੋਈ ਜਿਹੜਾ ਹੈ, ਜਿਸ ਤਰ੍ਹਾਂ ਜਿਸਦਾ ਕੋਈ ਲੇਖ ਹੁੰਦਾ ਹੈ ਵੈਸਾ ਹੀ ਹੁੰਦਾ ਹੈ। ਇਟਸ ਨੈਵਰ ਅ ਮਿਸਟੇਕ ਔਰ ਇਟਸ ਨੈਵਰ ਐਨ ਐਰਰ। ਕੁਝ ਵੀ ਨਹੀਂ ਹੁੰਦਾ ਉਸਦੇ ਹੁਕਮ ਚਲਾਉਣ ਦੇ ਵਿੱਚ ਜਾਂ ਲਾਗੂ ਕਰਨ ਦੇ ਵਿੱਚ। ਹੋਰਸ ਪੁੱਛਣਾ ਮਤਾ ਨਿਭਾਹੀ, ਦੇਖੋ ਜਿਹੜਾ ਹਨ ਰਾਜਾ ਤਾਂ ਮਿਨਿਸਟਰਸ ਨੂੰ ਪੁੱਛ ਕੇ ਕੰਮ ਕਰਦਾ ਹੈ, ਪਰ ਪਰਮਾਤਮਾ ਐਸਾ ਪਾਤਸ਼ਾਹ ਦਾ ਪਾਤਸ਼ਾਹ ਹੈ, ਉਹਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਹ ਕਿਸੇ ਨੂੰ ਪੁੱਛ ਕੇ ਕਾਰਜ ਨਹੀਂ ਕਰਦਾ, ਉਹ ਉਹੀ ਕਰਦਾ ਜੋ ਉਹਨੇ ਕਰਨਾ ਹੈ। ਤੇ ਉਹਦੇ ਉੱਤੇ ਉਹਦਾ ਕੋਈ ਜਿਹੜਾ ਬਗਾਵਤ ਵੀ ਉਹਦੇ ਨਾਲ ਕੋਈ ਨਹੀਂ ਕਰ ਸਕਦਾ। ਨੋ ਬੋਡੀ ਕੈਨ ਗੋ ਅਗੇਂਸਟ ਹਿਮ। ਸੋ ਇਸ ਤਰ੍ਹਾਂ ਦਾ ਉਹ ਰਾਜਾ ਤਕੜਾ ਪਰਮਾਤਮਾ ਹੈ। ਇਸ ਕਰਕੇ ਭਾਈ ਗੁਰਦਾਸ ਨੇ ਇਹ ਵਾਰ ਆਪਣੀ ਜਿਹੜੀ ਹੈ ਉਚਾਰਨ ਕੀਤੀ ਕਿ ਗੁਰਸਿੱਖਾਂ ਦੇ ਵਿੱਚ ਇਹ ਭਰੋਸਾ ਆ ਜਾਵੇ ਕਿ ਸਭ ਤੋਂ ਵੱਡਾ ਪਰਮਾਤਮਾ ਹੈ, ਪਰਮਾਤਮਾ ਨਾਲੋਂ ਵੱਡਾ ਕੋਈ ਨਹੀਂ ਹੈਗਾ। ਇਸ ਕਰਕੇ ਇਫ ਯੂ ਆਰ ਟੂ ਡੈਡੀਕੇਟ ਯੋਰ ਲਾਈਫ, ਇਫ ਯੂ ਆਰ ਟੂ ਕਮਿਟ ਟੂ ਸਮਥਿੰਗ ਇਨ ਯੋਰ ਲਾਈਫ, then you have to give it all to ਪਰਮਾਤਮਾ। ਪਰਮਾਤਮਾ ਤੇ ਹੀ ਆਪਣਾ ਭਰੋਸਾ ਰੱਖੋ, ਕਿਉਂਕਿ ਬਾਕੀ ਤਾਂ ਸਾਰੇ ਉਹਦੇ ਹੁਕਮ ਦੇ ਵਿੱਚ ਹੈ। ਉਹੀ ਇੱਕ ਹੁਕਮਰਾਨ ਹੈ, ਉਹੀ ਇੱਕ ਹੁਕਮ ਚਲਾਉਣ ਵਾਲਾ ਹੈ। the only person you have to please in your life is ਪਰਮਾਤਮਾ, ਵਾਹਿਗੁਰੂ the God। ਹੋਰ ਕਿਸੇ ਨੂੰ ਪਲੀਜ਼ ਕਰਨ ਦੀ ਲੋੜ ਨਹੀਂ। ਇਹ ਪਰਮਾਤਮਾ ਹੀ ਹੈ ਜੋ ਸਾਰਿਆਂ ਤੇ ਜਿਹੜਾ ਹੈ ਆਪਣਾ ਹੁਕਮ ਲਾਗੂ ਕਰਦਾ ਹੈ। ਸੋ you have to ਜਿਹੜਾ ਹੈ you have to bow to his sovereign। ਉਹਨਾਂ ਦੀ ਹੀ ਸੋਵੀਨ ਹੈ ਜੋ ਹਮੇਸ਼ਾ ਤੱਕ ਉਹਨਾਂ ਦਾ ਹੀ ਰਾਜ ਤਖਤ ਬਣਿਆ ਰਹਿੰਦਾ ਹੈ। ਇਸ ਕਰਕੇ ਭਰੋਸਾ ਪਰਮਾਤਮਾ ਤੇ ਹੀ ਚਾਹੀਦਾ ਹੈ। ਹੁਕਮੇ ਅੰਦਰ ਸਭ ਕੋ, ਕੇਵੜ ਹੁਕਮ ਨਾ ਬੇਪਰਵਾਹੀ, ਹੋਰਸ ਪੁੱਛਣਾ ਮਤਾ ਨਿਭਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।